11ਵੀਂ ਜਮਾਤ ਦੇ ਲਾਜ਼ਮੀ ਪੰਜਾਬੀ ਦੇ ਸਾਰੇ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਅਨੁਵਾਦ ਦੀ ਗੱਲ ਕਰਾਂਗੇ, ਟਰਾਂਸਲੇਸ਼ਨ। ਤੁਹਾਡੇ ਪਾਠਕ੍ਰਮ ਦੇ ਵਿੱਚ ਰੀਟਰਾਂਸਲੇਸ਼ਨ ਹੈ, ਮਤਲਬ ਕਿ ਅੰਗਰੇਜ਼ੀ ਦੇ ਵਿੱਚ ਸ਼ਬਦ ਲਿਖਿਆ ਹੋਏਗਾ ਤੇ ਤੁਸੀਂ ਉਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਲਿਖਣਾ ਹੋਏਗਾ। ਸਿਰਫ ਸ਼ਬਦਾਂ ਦਾ ਹੀ ਅਨੁਵਾਦ ਨਹੀਂ ਹੈ ਤੁਹਾਡੇ ਕਿਤਾਬ ਦੇ ਵਿੱਚ, ਬਲਕਿ ਕੁਝ ਵਾਕ ਨੇ, ਉਹ ਵਾਕ ਵੀ ਪਹਿਲਾਂ ਅੰਗਰੇਜ਼ੀ 'ਚ ਤੁਹਾਨੂੰ ਪ੍ਰਸ਼ਨ ਪੱਤਰ ਵਿੱਚ ਆਉਣਗੇ ਤੇ ਤੁਸੀਂ ਉਹਨਾਂ ਦਾ ਉੱਤਰ ਲਿਖਦਿਆਂ ਹੋਇਆਂ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਉਹਨਾਂ ਨੂੰ ਲਿਖਣਾ ਹੋਏਗਾ। ਆਪਾਂ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾਂ ਜਿਹੜੇ ਸਾਡੇ ਸ਼ਬਦ ਨੇ ਉਹਨਾਂ ਦੇ ਅਨੁਵਾਦ ਦੇ ਜ਼ਰੀਏ, ਤੇ ਸ਼ਬਦ ਵੀ ਦੋ ਤਰ੍ਹਾਂ ਦੇ ਨੇ, ਇੱਕ ਤਕਨੀਕੀ ਸ਼ਬਦਾਵਲੀ ਦੇ ਸ਼ਬਦ ਤੇ ਇੱਕ ਵੱਖ-ਵੱਖ ਕਿਸਮ ਦੀ ਵਰਤੋਂ ਦੀ ਸ਼ਬਦਾਵਲੀ ਦੇ ਸ਼ਬਦ। ਇਹਨਾਂ ਦਾ ਆਪਾਂ ਪਹਿਲਾਂ ਅਨੁਵਾਦ ਵੇਖਦੇ ਹਾਂ ਤੇ ਉਸ ਤੋਂ ਬਾਅਦ ਰੇਲਵੇ, ਬੈਂਕ, ਡਾਕ, ਕੰਪਿਊਟਰ ਤੇ ਬੀਮਾ ਸੇਵਾ, ਅਜਿਹੀਆਂ ਸੇਵਾਵਾਂ ਨਾਲ ਸੰਬੰਧਿਤ ਕੁਝ ਖਾਸ ਜ਼ਰੂਰੀ ਅਜਿਹੇ ਵਾਕ ਹਨ ਜਿਨ੍ਹਾਂ ਦਾ ਅਨੁਵਾਦ ਕਿ ਸਾਨੂੰ ਆਉਣਾ ਚਾਹੀਦਾ ਹੈ। ਆਪਾਂ ਉਸ ਬਾਰੇ ਗੱਲ ਕਰਾਂਗੇ, ਕਿਉਂਕਿ ਅੱਜ ਕੱਲ੍ਹ ਵੱਖ-ਵੱਖ ਭਾਸ਼ਾਵਾਂ ਸਿੱਖਣ ਦਾ ਜ਼ਮਾਨਾ ਹੈ ਤੇ ਕਰੀਅਰ ਦੇ ਪੱਖ ਤੋਂ ਵੀ ਕਿਸੇ ਨੇ ਦੇਸ਼ ਵਿਦੇਸ਼ ਕਿਤੇ ਵੀ ਜਾ ਕੇ ਨੌਕਰੀ ਕਰਨੀ ਆ, ਮੁਹਾਰਤ ਹਾਸਲ ਕਰਨੀ ਆ ਆਪਣੇ ਖੇਤਰ ਵਿੱਚ, ਤਾਂ ਉਸ ਨੂੰ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਤੇ ਜਿਹੜੇ ਦੋ ਭਾਸ਼ੀਏ ਹੋਣ, ਮਤਲਬ ਦੋ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦੇ ਹੋਣ, ਉਹਨਾਂ ਨੂੰ ਹੋਰ ਵੀ ਜ਼ਿਆਦਾ ਚੰਗੇ ਮੌਕੇ ਮਿਲਦੇ ਹਨ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ। ਸੋ ਆਓ ਸ਼ੁਰੂ ਕਰਦੇ ਹਾਂ ਅਨੁਵਾਦ ਦਾ ਸਿਲਸਿਲਾ। ਬੱਚਿਓ, ਆਪਣੀ ਪਾਠ ਪੁਸਤਕ ਦੇ ਵਿੱਚ ਜੋ ਸ਼ਬਦ ਦਿੱਤੇ ਹਨ ਉਹਨਾਂ ਦਾ ਨਾਲ ਪੰਜਾਬੀ ਰੂਪ ਦਿੱਤਾ ਹੋਇਆ ਹੈ, ਪਰ ਮੈਂ ਤੁਹਾਨੂੰ ਨਾਲ ਇਹਨਾਂ ਦਾ ਅੰਗਰੇਜ਼ੀ ਦੇ ਵਿੱਚ ਸਹੀ ਉਚਾਰਨ ਵੀ ਦੱਸੂਗੀ, ਸੋ ਤੁਸੀਂ ਧਿਆਨ ਦੇ ਨਾਲ ਨੋਟ ਕਰਨਾ ਹੈ। ਅਗਰ ਤੁਸੀਂ ਨਾਲ ਲਿਖਣਾ ਚਾਹੁੰਦੇ ਹੋ ਲਿਖ ਵੀ ਸਕਦੇ ਹੋ, ਤੇ ਜੇ ਕਿਤੇ ਵੀਡੀਓ ਵਿੱਚ ਤੁਸੀਂ ਸੁਣਦੇ ਲਿਖਦੇ ਪਿੱਛੇ ਰਹਿ ਜਾਓ ਤਾਂ ਦੁਬਾਰਾ ਤੋਂ ਵੀ ਇਸ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋ। ਦਫ਼ਤਰੀ ਸ਼ਬਦਾਵਲੀ ਵਿੱਚ ਪਹਿਲਾ ਸ਼ਬਦ ਹੈ ਅਕਾਊਂਟ, ਹਿਸਾਬ ਜਾਂ ਲੇਖਾ। ਅਕਾਊਂਟੈਂਟ ਜੋ ਅਕਾਊਂਟ ਦਾ ਕੰਮ ਕਰਦਾ ਹੈ, ਲੇਖੇ ਹਿਸਾਬ ਦਾ ਕੰਮ ਕਰਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਲੇਖਾਕਾਰ। ਐਕਨੋਲੇਜਮੈਂਟ ਪਹੁੰਚ, ਰਸੀਦ। ਐਕਸ਼ਨ ਕਾਰਵਾਈ, ਮਤਲਬ ਜਦੋਂ ਕੋਈ ਗਤੀਵਿਧੀ ਕਰਦਾ ਹੈ, ਕੋਈ ਕਿਰਿਆ ਕਰਦਾ ਹੈ, ਅਸੀਂ ਉਸ ਨੂੰ ਐਕਸ਼ਨ ਕਹਿੰਦੇ ਹਾਂ, ਕਾਰਵਾਈ। ਐਡਹੌਕ ਤਦ ਅਰਥ ਜਾਂ ਕਿਸੇ ਆਧਾਰ ਉੱਪਰ। ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ। ਐਡਮਿਨਿਸਟ੍ਰੇਟਰ ਪ੍ਰਸ਼ਾਸਕ, ਜੋ ਕਿ ਪ੍ਰਸ਼ਾਸਨ ਨੂੰ ਚਲਾਉਂਦਾ ਹੈ, ਉਸ ਨੂੰ ਅਸੀਂ ਪ੍ਰਸ਼ਾਸਕ ਕਹਿੰਦੇ ਹਾਂ। ਪ੍ਰਸ਼ਾਸਨ ਦਾ ਮਤਲਬ ਸਾਰਾ ਸਾਡਾ ਜਿਹੜਾ ਕੰਮਕਾਰ ਹੈ ਉਸ ਨੂੰ, ਪ੍ਰਬੰਧ ਨੂੰ ਪ੍ਰਸ਼ਾਸਨ ਕਿਹਾ ਜਾਂਦਾ ਹੈ, ਤੇ ਇਸ ਕੰਮਕਾਰ ਜਾਂ ਪ੍ਰਬੰਧ ਨੂੰ ਚਲਾਉਣ ਵਾਲੇ ਨੂੰ ਪ੍ਰਸ਼ਾਸਕ ਕਿਹਾ ਜਾਂਦਾ ਹੈ। ਜਿਵੇਂ ਸਾਡੇ ਨੇਤਾ ਪ੍ਰਸ਼ਾਸਕ ਹਨ, ਉਸ ਤਰ੍ਹਾਂ ਹੀ ਅੱਗੇ ਵੇਖਦੇ ਹਾਂ। ਐਡਲਟ ਹੈ ਜਦੋਂ ਕੋਈ ਆਦਮੀ ਜਾਂ ਆਪਾਂ ਬਾਲਗ ਜਿਸ ਨੂੰ ਕਹਿ ਦਈਏ ਕਿ ਉਸ ਦੀ ਉਮਰ ਹੁਣ ਬਾਲਪਣ ਤੋਂ ਉੱਪਰ ਹੋ ਚੁੱਕੀ ਹੈ, ਕਿਸ਼ੋਰ ਉਮਰ ਤੋਂ ਉੱਪਰ ਹੋ ਚੁੱਕਿਆ ਹੈ। ਬਾਲਗ, ਇਹ ਤੁਸੀਂ ਹੁਣ ਦੱਸਣਾ ਹੈ ਕਿ ਕਿੰਨੀ ਸਾਲ ਦੀ ਉਮਰ ਦੇ ਕੁੜੀ ਜਾਂ ਮੁੰਡੇ ਨੂੰ ਅਸੀਂ ਬਾਲਗ ਸਮਝ ਸਕਦੇ ਹਾਂ, ਕਿੰਨੇ ਸਾਲ ਤੋਂ ਇਹ ਸ਼ੁਰੂ ਹੁੰਦੀ ਹੈ। ਅਗਲਾ ਸ਼ਬਦ ਹੈ ਐਡਵਾਂਸ, ਪੇਸ਼ਗੀ ਜਾਂ ਅਗੇਤੀ। ਆਲ ਕੰਸਰਨਡ ਟੂ ਨੋਟ, ਸਮੂਹ ਸੰਬੰਧਿਤ ਨੋਟ ਕਰਨ। ਅਗਰੀਮੈਂਟ ਇਕਰਾਰਨਾਮਾ ਜਾਂ ਸਹਿਮਤੀ। ਅਗਰ ਅਸੀਂ ਕਿਸੇ ਦੀ ਗੱਲਬਾਤ ਨਾਲ ਅਗਰੀ ਕਰਦੇ ਹਾਂ ਤਾਂ ਅਸੀਂ ਸਮਝੋ ਉਸ ਨਾਲ ਸਹਿਮਤ ਹਾਂ, ਤੇ ਇਸ ਦਾ ਹੀ ਅੱਗੋਂ ਨਾਮ ਦਾ ਰੂਪ ਹੈ ਅਗਰੀਮੈਂਟ, ਇਕਰਾਰਨਾਮਾ ਜਾਂ ਸਹਿਮਤੀ ਹੋਣੀ। ਐਲੋਕੇਸ਼ਨ ਨਿਰਧਾਰਨ ਜਾਂ ਵਿਵਸਥਾ। ਅਲਾਉੈਂਸ ਭੱਤਾ, ਜਿਵੇਂ ਕਿਸੇ ਨੂੰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ, ਉਸ ਨੂੰ ਕਿਹਾ ਹੈ। ਤੁਸੀਂ ਰੋਟੀ ਲਿਜਾਣ ਵਾਲਾ ਭੱਤਾ ਨਾ ਸਮਝ ਲਿਓ ਜੋ ਖੇਤ ਵਿੱਚ ਭੱਤਾ ਲਿਜਾਂਦੇ ਸੀ। ਇਹ ਭੱਤੇ ਦਾ ਮਤਲਬ ਹੈ ਜਿਵੇਂ ਕੋਈ ਅੱਗੋਂ ਕਿਸੇ ਨੂੰ ਕੁਝ ਵੱਧ ਪੈਸੇ ਦਿੱਤੇ ਜਾਂਦੇ ਆ, ਕੋਈ ਮਹਿੰਗਾਈ ਦਾ ਸਰਕਾਰ ਵੱਲੋਂ ਭੱਤਾ ਦਿੱਤਾ ਜਾਂਦਾ, ਕਿਸੇ ਨੂੰ ਬੇਰੁਜ਼ਗਾਰੀ ਦੀ ਤਨਖਾਹ ਦਿੱਤੀ ਜਾਂਦੀ ਹੈ, ਉਸ ਭੱਤੇ ਨੂੰ ਕਿਹਾ ਜਾਂਦਾ ਹੈ। ਅਮਾਊਂਟ ਰਕਮ ਜਾਂ ਰਾਸ਼ੀ। ਐਨੂਅਲ ਵਾਰਸ਼ਿਕ ਜਾਂ ਸਾਲਾਨਾ, ਜੋ ਵੀ ਸਾਲ ਬਾਅਦ ਹੋਵੇ। ਅਪੈਂਡਿਕਸ ਅੰਤਕਾ ਜਾਂ ਅਨੁਲੱਗ, ਕਿਸੇ ਕਿਤਾਬ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਅੰਤਕਾ ਹੁੰਦੀ ਹੈ, ਅੰਤ ਦੇ ਵਿੱਚ ਆਉਂਦੀ ਹੈ। ਐਪਲੀਕੈਂਟ, ਇਹ ਬੱਚੇ ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਅਰਜ਼ੀ ਲਿਖਦੇ ਹੋ, ਐਪਲੀਕੇਸ਼ਨ ਲਿਖਦੇ ਹੋ। ਸੋ ਐਪਲੀਕੇਸ਼ਨ ਨੂੰ ਲਿਖਣ ਵਾਲਾ
ਬਿਨੈ ਪੱਤਰ ਜਾਂ ਪ੍ਰਾਰਥਨਾ ਪੱਤਰ ਨੂੰ ਲਿਖਣ ਵਾਲਾ ਬਿਨੈਕਾਰ ਜਾਂ ਪ੍ਰਾਰਥੀ ਹੁੰਦਾ, ਜਿਸ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਐਪਲੀਕੈਂਟ, ਅਤੇ ਪੰਜਾਬੀ ਵਿੱਚ ਪ੍ਰਾਰਥੀ ਜਾਂ ਬਿਨੈਕਾਰ। ਐਪਲੀਕੇਸ਼ਨ ਪ੍ਰਾਰਥਨਾ ਪੱਤਰ ਜਾਂ ਬਿਨੈ ਪੱਤਰ ਜਾਂ ਅਰਜ਼ੀ। ਅਪੋਇੰਟਿੰਗ ਅਥਾਰਟੀ ਅਪੋਇੰਟ ਕਰਨਾ ਹੁੰਦਾ, ਕਿਸੇ ਨੂੰ ਨਿਯੁਕਤ ਕਰਨਾ, ਅਤੇ ਅਪੋਇੰਟਿੰਗ ਅਥਾਰਟੀ ਹੋ ਗਿਆ ਕਿਸੇ ਨੂੰ ਨਿਯੁਕਤ ਕਰਨ ਵਾਲੇ ਅਧਿਕਾਰੀ, ਨਿਯੁਕਤੀ ਅਧਿਕਾਰੀ। ਅਪੋਇੰਟਮੈਂਟ ਨਿਯੁਕਤੀ। ਅਪਰੂਵਲ ਪ੍ਰਵਾਨਗੀ, ਮਨਜ਼ੂਰੀ। ਅਪਰੋਕਸੀਮੇਟ ਲਗਭਗ, ਜਦੋਂ ਸਾਨੂੰ ਕਿਸੇ ਚੀਜ਼ ਬਾਰੇ ਪੱਕਾ ਪਤਾ ਨਾ ਹੋਵੇ, ਨਿਸ਼ਚਿਤ ਨਾ ਹੋਵੇ, ਅਸੀਂ ਅੰਦਾਜ਼ੇ ਨਾਲ ਆਖ ਦਈਏ। ਏਰੀਅਰਸ ਬਕਾਇਆ, ਅਗਰ ਸਾਡੇ ਮੰਨ ਲਓ ਕੁਝ ਪੈਸੇ ਦਿੱਤੇ ਗਏ ਅਤੇ ਕੁਝ ਅਜੇ ਦੇਣੇ ਬਾਕੀ ਹੈ, ਜੋ ਬਾਕੀ ਬੈਲੈਂਸ ਹੈ ਉਸ ਨੂੰ ਅਸੀਂ ਬੋਲਦੇ ਹਾਂ ਬਕਾਇਆ। ਐਜ਼ ਡਿਜ਼ਾਇਰਡ ਇੱਛਾ ਅਨੁਸਾਰ। ਐਜ਼ अर्ਲੀ ਐਜ਼ ਪੋਸੀਬਲ ਜਿੰਨੀ ਜਲਦੀ ਹੋ ਸਕੇ। ਅਸਿਸਟੈਂਟ ਅਸਿਸਟ ਕਰਨਾ ਹੁੰਦਾ, ਮਦਦ ਕਰਨੀ, ਅਤੇ ਅਸਿਸਟੈਂਟ ਜੋ ਸਾਡੀ ਮਦਦ ਕਰੇ, ਮਤਲਬ ਸਹਾਇਕ ਜਾਂ ਮਦਦਗਾਰ। ਐਜ਼ ਦਾ ਕੇਸ ਮੇ ਬੀ ਜਿਹੋ ਜਿਹੀ ਸਥਿਤੀ ਹੋਵੇ। ਅਟੈਚਡ ਹੇਅਰ ਵਿਦ ਨਾਲ ਨੱਥੀ। ਅਟੈਂਡੈਂਸ ਬੱਚਿਓ ਇਹ ਸ਼ਬਦ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅਧਿਆਪਕ ਜਦੋਂ ਜਮਾਤ ਵਿੱਚ ਤੁਹਾਡੀ ਹਾਜ਼ਰੀ ਲਗਾਉਂਦੇ ਆ ਤਾਂ ਇਸ ਸ਼ਬਦ ਦੀ ਵਰਤੋਂ ਕਰਦੇ ਆ, ਅਟੈਂਡੈਂਸ ਹਾਜ਼ਰੀ। ਅਟੈਂਸ਼ਨ ਇਜ਼ ਇਨਵਾਈਟਡ ਧਿਆਨ ਦਿਵਾਇਆ ਜਾਂਦਾ ਹੈ। ਔਕਸ਼ਨ ਨਿਲਾਮੀ। ਅਵੇਲੇਬਲ ਉਪਲਬਧ ਜੋ ਸਾਡੇ ਕੋਲ ਮੌਜੂਦ ਹੋਵੇ। ਐਡੀਸ਼ਨਲ ਵਾਧੂ ਜਾਂ ਅਤਿਰਿਕਤ, ਜਿਵੇਂ ਤੁਸੀਂ ਕਈ ਵਾਰ ਕੋਈ ਵਾਧੂ ਵਿਸ਼ਾ ਪੜ੍ਹਦੇ ਹੋ ਉਸ ਨੂੰ ਕਿਹਾ ਜਾਂਦਾ ਹੈ ਐਡੀਸ਼ਨਲ। ਅਗਲਾ ਸ਼ਬਦ ਹੈ ਅਟੈਸਟੇਸ਼ਨ। ਤੁਸੀਂ ਅਕਸਰ ਹੀ ਆਪਣੇ ਦਸਤਾਵੇਜ਼ ਸਰਟੀਫਿਕੇਟ ਪ੍ਰਿੰਸੀਪਲ ਸਾਹਿਬ ਤੋਂ ਅਟੈਸਟ ਕਰਵਾਉਂਦੇ ਹੋ, ਉਸੇ ਨੂੰ ਹੀ ਕਿਹਾ ਜਾਂਦਾ ਹੈ ਅਟੈਸਟੇਸ਼ਨ। ਤਸਦੀਕ ਜਾਂ ਪ੍ਰਮਾਣੀਕਰਨ। ਅਟੈਸਟਡ ਕਾਪੀ ਤਸਦੀਕੀ ਨਕਲ, ਪ੍ਰਮਾਣਿਤ ਨਕਲ। ਐਟ ਯੋਰ अर्ਲੀ ਕਨਵੀਨੀਅੰਸ ਜਿੰਨੀ ਛੇਤੀ ਸੰਭਵ ਹੋ ਸਕੇ। ਆਡਿਟ ਲੇਖਾ ਜਾਂ ਪੜਤਾਲ। ਅਥਾਰਟੀਜ਼ ਅਧਿਕਾਰੀ ਵਰਗ ਜਾਂ ਅਧਿਕਾਰੀ, ਇਸ ਨੂੰ ਅਸੀਂ ਇਸ ਤਰ੍ਹਾਂ ਲੈਂਦੇ ਹਾਂ। ਅੱਗੇ ਸਾਡੇ ਕੋਲ ਸ਼ਬਦ ਹਨ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ ਦੇ, ਸੋ ਅਸੀਂ ਏ ਨਾਲ ਸੰਬੰਧਿਤ ਹੀ ਸ਼ਬਦ ਇੱਥੋਂ ਵੀ ਕਰਾਂਗੇ। ਅਬਰੀਵੇਸ਼ਨ ਸੰਖੇਪ ਜਾਂ ਛੋਟਾ ਰੂਪ, ਜਿਵੇਂ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬ ਐਜੂਕੇਸ਼ਨ ਬੋਰਡ ਦੇ ਲਈ ਇੱਕ ਛੋਟਾ ਜਿਹਾ ਰੂਪ ਵਰਤਦੇ ਹਾਂ, ਅਬਰੀਵੇਸ਼ਨ ਵਰਤਦੇ ਹਾਂ PSEB, ਜਿਸ ਦੀ ਫੁੱਲ ਫਾਰਮ ਹੁੰਦੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਇਸੇ ਤਰ੍ਹਾਂ ਤੁਹਾਡੇ ਸਕੂਲ ਹਨ ਜਿਨ੍ਹਾਂ ਉੱਪਰ ਲਿਖਿਆ ਹੁੰਦਾ ਹੈ GSSS, ਅੱਗੋਂ ਕੋਈ ਜਗ੍ਹਾ ਦਾ ਨਾਂ। ਸੋ GSS ਪਤਾ ਕੀ ਹੁੰਦਾ, ਉਹ ਐਬਰੀਵੇਸ਼ਨ ਹੈ, ਤੁਹਾਡੇ ਸਕੂਲ ਦੇ ਪੂਰੇ ਨਾਂ ਦੀ ਬਜਾਏ ਛੋਟਾ ਕਰਕੇ ਲਿਖਿਆ ਹੁੰਦਾ ਹੈ। ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ, ਉਸ ਨੂੰ ਕੀ ਲਿਖ ਦਿੰਦੇ ਐਬਰੀਵੇਸ਼ਨ 'ਚ GSSS। ਅਗਲਾ ਸ਼ਬਦ ਹੈ ਐਬਨੋਰਮਲ ਜੋ ਅਸਾਧਾਰਨ ਹੋਵੇ। ਅਕॉर्ड ਸਮਝੌਤਾ। ਅਕਾਊਂਟੇਬਿਲਿਟੀ ਜ਼ਿੰਮੇਵਾਰੀ, ਉੱਤਰਦਾਇਤਾ। ਅਸੈਲਰੇਸ਼ਨ ਗਤੀਵਿਧੀ ਜਾਂ ਪ੍ਰਵੇਗ, ਇਸ ਨੂੰ ਅਸੀਂ ਗਤੀਵਿਧੀ ਦੀ ਬਜਾਏ ਕਹਿ ਸਕਦੇ ਹਾਂ ਜਦੋਂ ਅਸੀਂ ਕੋਈ ਰਫਤਾਰ ਨੂੰ ਵਧਾਉਂਦੇ ਹਾਂ, ਉਸ ਦਾ ਪ੍ਰਵੇਗ ਹੈ ਜਿਹੜਾ, ਉਸ ਨੂੰ ਕਿਹਾ ਜਾਂਦਾ ਅਸੈਲਰੇਸ਼ਨ। ਅਗਲਾ ਸ਼ਬਦ ਹੈ ਜੋ ਸਾਡੀ ਬਹੁਤ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ, ਅਡਿਕਸ਼ਨ। ਅਡਿਕਸ਼ਨ ਦਾ ਮਤਲਬ ਹੈ ਕੋਈ ਵੀ ਚੀਜ਼ ਦੀ ਸਾਨੂੰ ਜਦੋਂ ਆਦਤ ਪੈ ਜਾਵੇ, ਜਿਵੇਂ ਨਸ਼ੇ ਦੀ ਆਦਤ, ਉਸ ਨੂੰ ਬੋਲਿਆ ਜਾਂਦਾ ਹੈ ਅਡਿਕਸ਼ਨ। ਪਰ ਇਹ ਅਡਿਕਸ਼ਨ ਸਿਰਫ ਅਤੇ ਸਿਰਫ ਇੱਕੋ ਹੀ ਨਸ਼ੇ ਦੀ ਨਹੀਂ ਜੋ ਅਸੀਂ ਆਮ ਭਾਵ ਲੈਂਦੇ ਹਾਂ। ਅਗਰ ਕੋਈ ਬੱਚਾ ਬਹੁਤ ਜ਼ਿਆਦਾ TV ਦੇਖਦਾ ਹੈ ਤਾਂ ਇਹ ਵੀ ਇੱਕ ਅਡਿਕਸ਼ਨ ਹੈ, ਮੋਬਾਈਲ ਦੇਖਦਾ ਹੈ ਤਾਂ ਉਹ ਵੀ ਅਡਿਕਸ਼ਨ ਹੈ। ਅਗਲਾ ਸ਼ਬਦ ਇਹ ਵੀ ਬਹੁਤ ਇੰਪੋਰਟੈਂਟ ਹੈ, ਐਡੋਲਸੈਂਸ, ਜਿਸ ਦਾ ਮਤਲਬ ਹੈ ਕਿਸ਼ੋਰ ਉਮਰ। ਜਿਵੇਂ ਅਸੀਂ ਬਾਲਗ ਉਮਰ ਕਹੀ ਸੀ, ਤਾਂ ਬਾਲਗ ਤੋਂ ਪਹਿਲਾਂ ਦੀ ਅਵਸਥਾ, ਬਚਪਨ ਤੋਂ ਬਾਅਦ ਵਾਲੀ ਤਕਰੀਬਨ 10-11 ਸਾਲ ਤੋਂ ਲੈ ਕੇ 18 ਸਾਲ ਤੱਕ, 19 ਸਾਲ ਤੱਕ ਇਹ ਅਵਸਥਾ ਚੱਲਦੀ ਰਹਿੰਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਨੌਜਵਾਨ ਉਮਰ ਜਾਂ ਕਿਸ਼ੋਰ ਉਮਰ। ਐਡਵਰਟਿਜ਼ਮੈਂਟ ਇਸ਼ਤਿਹਾਰ ਜਾਂ ਵਿਗਿਆਪਨ। ਤੁਸੀਂ ਅਕਸਰ TV ਦੇ ਉੱਪਰ, ਅਖਬਾਰਾਂ ਦੇ ਵਿੱਚ ਜਾਂ ਸੜਕਾਂ ਦੇ ਕਿਨਾਰਿਆਂ 'ਤੇ, ਕੰਧਾਂ 'ਤੇ ਇਸ਼ਤਿਹਾਰ ਲੱਗੇ ਵੇਖਦੇ ਹੋਊਗੇ, ਵਿਗਿਆਪਨ ਲੱਗੇ ਵੇਖਦੇ ਹੋਊਗੇ।
ਉਸੇ ਨੂੰ ਹੀ ਬੋਲਦੇ ਹਨ ਐਡ ਜਾਂ ਐਡਵਰਟਾਈਜ਼ਮੈਂਟ। ਜੋ ਕਿਸੇ ਨਾ ਕਿਸੇ ਚੀਜ਼ ਦੀ ਮਸ਼ਹੂਰੀ ਹੁੰਦੀ ਹੈ ਕਿ ਇਹ ਸਾਬਣ ਲਓ, ਆਹ ਵਾਲੀ ਫਿਲਮ ਦੇਖੋ, ਜਾਂ ਤੁਸੀਂ ਕੋਈ ਟੂਰਨਾਮੈਂਟ, ਕੋਈ ਕੱਪ ਕਰਾਉਣਾ ਹੈ, ਉਸ ਦੀ ਐਡਵਰਟਾਈਜ਼ਮੈਂਟ ਹੋ ਸਕਦੀ ਹੈ। ਅਸਥੈਟਿਕ ਸੈਂਸ, ਸੁੰਦਰਤਾ ਬੋਧ, ਕਿਸੇ ਵਿੱਚ ਖੂਬਸੂਰਤੀ ਬਾਰੇ ਕਿੰਨੀ ਕੁ ਸਮਝ ਹੈ। ਏਜੰਡਾ, ਕਾਰਜ ਸੂਚੀ। ਏਅਰ ਕੰਡੀਸ਼ਨਿੰਗ, ਵਾਯੂ ਅਨੁਕੂਲਣ। ਅਗਰੈਸਰ, ਹਮਲਾਵਰ। ਅਨਸੈਸਟਰ, ਪੂਰਵਜ। ਐਂਸ਼ੀਐਂਟ, ਪ੍ਰਾਚੀਨ। ਅਪ੍ਰੈਂਟਿਸ, ਸਿੱਖਿਆਰਥੀ, ਜੋ ਸਿੱਖਿਆ ਹਾਸਲ ਕਰਦੇ ਹਨ। ਆਰਕੀਓਲੋਜੀ, ਪੁਰਾਤੱਤਵ ਵਿਗਿਆਨ, ਜੋ ਬਹੁਤ ਪੁਰਾਣੇ ਸਮੇਂ ਦੇ ਨਾਲ ਸੰਬੰਧਿਤ ਖੋਜ ਕਾਰਜ ਕਰਦਾ ਹੈ। ਅਸੈਟਸ, ਸੰਪੱਤੀ ਜਾਂ ਲੈਣਦਾਰੀਆਂ। ਐਟਮੋਸਫੇਅਰ, ਵਾਯੂਮੰਡਲ, ਜੋ ਸਾਡੇ ਆਲੇ ਦੁਆਲੇ ਹੈ, ਇਸ ਨੂੰ ਅਸੀਂ ਹਵਾ ਦੇ ਮੰਡਲ ਨੂੰ ਕਹਿੰਦੇ ਹਾਂ, ਵਾਯੂਮੰਡਲ। ਐਟੋਮਿਕ ਐਨਰਜੀ, ਪਰਮਾਣੂ ਊਰਜਾ। ਅਟਾਰਨੀ, ਮੁਖਤਿਆਰ ਜਾਂ ਮੁਖਤਿਆਰਨਾਮਾ। ਆਟੋਬਾਇਓਗ੍ਰਾਫੀ, ਸਵੈ ਜੀਵਨੀ, ਆਤਮ ਕਥਾ, ਜੋ ਕੋਈ ਆਦਮੀ ਆਪਣੇ ਜੀਵਨ ਬਾਰੇ ਜਦੋਂ ਖੁਦ ਲਿਖਦਾ ਹੈ, ਆਪਣੀ ਜ਼ਿੰਦਗੀ ਦੀ ਕਹਾਣੀ ਆਪ ਲਿਖਣਾ, ਉਸ ਨੂੰ ਕਿਹਾ ਜਾਂਦਾ ਹੈ ਆਤਮ ਕਥਾ ਜਾਂ ਆਟੋਬਾਇਓਗ੍ਰਾਫੀ। ਅਗਲਾ ਸ਼ਬਦ ਹੈ ਆਟੋਮੈਟਿਕ। ਸੋ ਕੋਈ ਅਸੀਂ ਇਹੋ ਜਿਹੀ ਚੀਜ਼ ਲੈਂਦੇ ਹਾਂ ਜਿਵੇਂ TV ਹੈ, ਜਿਹੜਾ ਕਿ ਰਿਮੋਟ ਨਾਲ ਆਪਣੇ ਆਪ ਚੱਲ ਪਵੇ। ਸੋ ਆਪਣੇ ਆਪ ਚੱਲਣ ਵਾਲੇ ਨੂੰ, ਜਾਂ ਕਈ ਵਾਰ ਅਸੀਂ ਖੇਤਾਂ 'ਚ ਦੇਖਦੇ ਹਾਂ ਵੀ ਮੋਟਰ ਬਾਰ-ਬਾਰ ਚਲਾਉਣੀ ਜਾਂ ਬੰਦ ਕਰਨੀ ਨਹੀਂ ਪੈਂਦੀ, ਆਟੋਮੈਟਿਕ ਹੁੰਦੀ ਹੈ, ਸਵਿੱਚ ਉਹ ਆਪਣੇ ਆਪ ਹੀ ਚੱਲਦੀ ਜਾਂ ਬੰਦ ਹੁੰਦੀ ਹੈ। ਸੋ ਇਸ ਨੂੰ ਕਿਹਾ ਜਾਂਦਾ ਹੈ ਸਵੈ ਚਾਲਿਤ। ਸਵੈ ਦਾ ਮਤਲਬ ਆਪਣੇ ਆਪ, ਚਾਲਿਤ ਚੱਲਣ ਵਾਲਾ। ਅਟੋਨੋਮਸ, ਖੁਦ ਮੁਖਤਿਆਰ। ਅਬੈਸ, ਨਿਰਾਦਰੀ ਕਰਨਾ। ਅਬਵ ਮੈਂਸ਼ਨਡ, ਉੱਪਰ ਦੱਸਿਆ। ਅਬਸਟੇਨ, ਪਰਹੇਜ਼ ਕਰਨਾ। ਐਬਸਟਰੈਕਟ, ਐਬਸਟਰੈਕਟ ਹੈ ਜਿਹੜਾ ਅਕਸਰ ਹੁੰਦਾ ਹੈ ਅਜਿਹਾ ਜੋ ਸਾਨੂੰ ਨਜ਼ਰ ਨਾ ਆਵੇ, ਉਹਨੂੰ ਅਸੀਂ ਅਪ੍ਰਤੱਖ ਵੀ ਕਹਿ ਸਕਦੇ ਹਾਂ ਜਾਂ ਸੂਖਮ ਵੀ ਬੋਲਿਆ ਜਾਂਦਾ ਹੈ। ਅਪਲਾਈ ਫॉर ਸੈਂਕਸ਼ਨ, ਸੈਂਕਸ਼ਨ ਦਾ ਮਤਲਬ ਮਨਜ਼ੂਰੀ, ਅਤੇ ਅਪਲਾਈ ਕਰਨਾ ਬਿਨੈ ਪੱਤਰ ਲਿਖਣਾ, ਮਨਜ਼ੂਰੀ ਲਈ ਬਿਨੈ ਪੱਤਰ। ਸੋ ਬੱਚਿਓ, ਇਹ ਤਾਂ ਸਨ ਸ਼ਬਦ ਇਹ ਨਾਲ ਸੰਬੰਧਿਤ, ਜਿਨ੍ਹਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਤੁਸੀਂ ਅਨੁਵਾਦ ਕਰਨਾ ਹੈ। ਅੱਗੋਂ ਕੁਝ ਵਾਕ ਹਨ, ਉਹ ਵੀ ਕਾਫੀ ਮਹੱਤਵਪੂਰਨ ਹਨ, ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਆਓ ਉਹ ਵੀ ਵੇਖਦੇ ਹਾਂ। ਪਹਿਲਾਂ ਅਸੀਂ ਬੈਂਕ ਸੇਵਾਵਾਂ ਨਾਲ ਸੰਬੰਧਿਤ ਕੁਝ ਕੁ ਵਾਕ ਲੈਂਦੇ ਹਾਂ, ਜੋ ਸਾਡੀ ਜਾਣਕਾਰੀ ਲਈ ਸਾਨੂੰ ਪਤਾ ਹੋਣੇ ਚਾਹੀਦੇ ਹਨ। ਇੱਥੇ ਤੁਹਾਡੀ ਕਿਤਾਬ ਦੇ ਵਿੱਚ ਥੋੜ੍ਹੀ ਜਿਹੀ ਸਮੱਸਿਆ ਹੈ ਕਿ ਪਹਿਲਾਂ ਪੰਜਾਬੀ ਦਾ ਵਾਕ ਲਿਖਿਆ, ਫਿਰ ਅੰਗਰੇਜ਼ੀ ਲਿਖਿਆ, ਪਰ ਤੁਸੀਂ ਇਹ ਵੇਖ ਕੇ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਪ੍ਰੀਖਿਆ ਦੇ ਵਿੱਚ ਤੁਹਾਨੂੰ ਅੰਗਰੇਜ਼ੀ ਵਾਲਾ ਵਾਕ ਲਿਖਿਆ ਆਏਗਾ ਅਤੇ ਤੁਸੀਂ ਉਸ ਦੀ ਪੰਜਾਬੀ ਬਣਾਉਣੀ ਹੋਏਗੀ, ਰੀਟ੍ਰਾਂਸਲੇਸ਼ਨ ਕਰਨੀ ਹੋਏਗੀ। ਹੁਣ ਵਾਕ ਹੈ ਪੇਮੈਂਟ ਕੈਨ ਬੀ ਮੇਡ ਇਨ ਕੈਸ਼ ਔਰ ਬਾਏ ਚੈੱਕ। ਪੇਮੈਂਟ ਦਾ ਮਤਲਬ ਭੁਗਤਾਨ, ਕੈਸ਼ ਤੁਹਾਨੂੰ ਪਤਾ ਹੈ ਜੋ ਨਕਦ ਦਿੱਤਾ ਜਾਂਦਾ ਹੈ, ਅਤੇ ਚੈੱਕ ਜੋ ਬੈਂਕ 'ਚ ਚੈੱਕ ਲੱਗਿਆ ਹੁੰਦਾ ਹੈ। ਸੋ ਇਹਦਾ ਅਰਥ ਅਨੁਵਾਦਿਤ ਰੂਪ ਵਿੱਚ ਹੋਏਗਾ ਭੁਗਤਾਨ ਨਕਦ ਜਾਂ ਚੈੱਕ ਰਾਹੀਂ ਕੀਤਾ ਜਾ ਸਕਦਾ ਹੈ। ਇਟਸ ਬੈਟਰ ਟੂ ਹੈਵ ਅ ਜੁਆਇੰਟ ਅਕਾਊਂਟ ਇਨ ਦਾ ਬੈਂਕ। ਬੈਂਕ ਵਿੱਚ ਜੁਆਇੰਟ ਅਕਾਊਂਟ ਭਾਵ ਇਕੱਠਿਆਂ ਦਾ ਖਾਤਾ ਜਾਂ ਸਾਂਝਾ ਖਾਤਾ ਖੋਲ੍ਹਣਾ ਵਧੇਰੇ ਚੰਗਾ ਹੈ। ਸੋ ਵਧੇਰੇ ਚੰਗਾ ਲਈ ਅਸੀਂ ਇੱਕ ਸ਼ਬਦ ਵਰਤ ਸਕਦੇ ਹਾਂ ਬਿਹਤਰ। ਬੈਂਕ ਵਿੱਚ ਸਾਂਝਾ ਖਾਤਾ ਖੋਲ੍ਹਣਾ ਬਿਹਤਰ ਹੈ। ਤੀਸਰਾ ਵਾਕ ਹੈ ਇਟਸ ਫॉर ਆਫਿਸ ਯੂਜ਼ ਓਨਲੀ। ਇਹ ਕੇਵਲ ਦਫ਼ਤਰੀ ਵਰਤੋਂ ਲਈ ਹੈ। ਹੁਣ ਅੱਗੇ ਬੱਚਿਓ ਆਪਾਂ ਰੇਲਵੇ ਸੇਵਾਵਾਂ ਨਾਲ ਸੰਬੰਧਿਤ ਵਾਕ ਕਰਦੇ ਹਾਂ। ਵੇਟਿੰਗ ਰੂਮ ਫॉर ਦਾ ਸੈਕਿੰਡ ਕਲਾਸ ਪੈਸੰਜਰਸ ਇਜ਼ ਔਨ ਦਾ ਫਸਟ ਫਲੋਰ। ਦੂਸਰੇ ਦਰਜੇ ਦੇ ਮੁਸਾਫਰਾਂ ਲਈ ਵੇਟਿੰਗ ਰੂਮ ਭਾਵ ਉਡੀਕ ਘਰ, ਜਿੱਥੇ ਇੰਤਜ਼ਾਰ ਕਰਨਾ ਹੈ, ਉਹ ਕਿਸ ਮੰਜ਼ਿਲ 'ਤੇ ਹੈ? ਫਸਟ ਫਲੋਰ। ਫਲੋਰ ਦਾ ਮਤਲਬ ਮੰਜ਼ਿਲ, ਫਸਟ ਹੋ ਗਿਆ ਪਹਿਲਾ। ਬਿਵੇਅਰ ਆਫ ਪਿਕ ਪਾਕਟਸ, ਜੇਬ ਕਤਰਿਆਂ ਤੋਂ ਸਾਵਧਾਨ ਰਹੋ। ਜੇਬ ਕਤਰੇ ਜੋ ਸਾਡੀ ਜੇਬ ਕੱਟ ਜਾਂਦੇ ਹਨ, ਚੋਰੀ ਕਰਦੇ ਹਨ। ਰੇਲਵੇ ਇਜ਼ ਅ ਪਬਲਿਕ ਪ੍ਰੋਪਰਟੀ, ਹੈਲਪ ਟੂ ਮੇਨਟੇਨ ਇਟ। ਰੇਲਵੇ ਜਨ ਸੰਪੱਤੀ ਹੈ, ਇਸ ਦੀ ਸੰਭਾਲ ਵਿੱਚ ਮਦਦ ਕਰੋ। ਪੈਸੰਜਰਸ ਟਰੈਵਲਿੰਗ ਵਿਦਾਊਟ ਟਿਕਟ ਵਿਲ ਬੀ ਚਾਰਜਡ 10 times।
ਜੋ ਯਾਤਰੀ ਬਿਨਾਂ ਟਿਕਟ ਸਫ਼ਰ ਕਰਦੇ ਹਨ ਉਹਨਾਂ ਤੋਂ 10 ਗੁਣਾ ਜ਼ਿਆਦਾ ਕਿਰਾਇਆ ਲਿਆ ਜਾਵੇਗਾ। ਸੋ ਸੌਖੇ ਸ਼ਬਦਾਂ ਵਿੱਚ ਬਿਨਾਂ ਟਿਕਟ ਮੁਸਾਫਰਾਂ ਕੋਲੋਂ 10 ਗੁਣਾ ਭਾੜਾ ਵਸੂਲਿਆ ਜਾਵੇਗਾ। A proper queue helps early disposal। ਕਿਊ ਦਾ ਮਤਲਬ ਹੁੰਦਾ ਹੈ ਕਤਾਰ ਵਿੱਚ ਲੱਗਣਾ। ਸੋ ਤੁਸੀਂ ਇੱਥੇ ਆਪਣੀ ਕਿਤਾਬ ਵਿੱਚ ਜਿਵੇਂ ਲਾਈਨ ਲਿਖਿਆ ਹੈ ਤਾਂ ਉਹਦੀ ਜਗ੍ਹਾ ਤੁਸੀਂ ਪੰਜਾਬੀ ਸ਼ਬਦ ਲਿਖੋ ਕਤਾਰ। ਕਤਾਰ ਵਿੱਚ ਲੱਗਣ ਨਾਲ ਜਲਦੀ ਨਿਪਟਾਰਾ ਹੁੰਦਾ ਹੈ। ਤੀਸਰੇ ਤਰ੍ਹਾਂ ਦੇ ਸਾਡੇ ਵਾਕ ਹਨ ਡਾਕ ਸੇਵਾ ਨਾਲ ਸੰਬੰਧਿਤ, ਜਿਵੇਂ ਯੂਜ਼ ਬਲੌਕ ਲੈਟਰਸ ਫॉर ਫਿਲਿੰਗ ਇਨ ਦਾ ਮਨੀ ਆਰਡਰ ਫਾਰਮ। ਮਨੀ ਆਰਡਰ ਫਾਰਮ ਭਰਨ ਲਈ ਅੰਗਰੇਜ਼ੀ ਦੇ ਵੱਡੇ ਅੱਖਰਾਂ ਦੀ ਵਰਤੋਂ ਕਰੋ। The address on the letter must be legible। ਲੈਜੀਬਲ ਦਾ ਮਤਲਬ ਹੁੰਦਾ ਹੈ ਜੋ ਪੜ੍ਹਿਆ ਜਾ ਸਕੇ। ਸੋ ਇਸ ਦਾ ਅਨੁਵਾਦ ਹੋਏਗਾ ਚਿੱਠੀ ਉੱਤੇ ਪਤਾ ਸਾਫ਼-ਸਾਫ਼ ਲਿਖੋ, ਜਾਂ ਤੁਸੀਂ ਲਿਖ ਸਕਦੇ ਹੋ ਚਿੱਠੀ ਉੱਪਰ ਪਤਾ ਪੜ੍ਹਨ ਯੋਗ ਹੋਣਾ ਚਾਹੀਦਾ ਹੈ। ਰਾਈਟ ਪਿੰਨ ਕੋਡ ਇਨ ਐਡਰੈਸ। ਪਤੇ ਦੇ ਨਾਲ ਪਿੰਨ ਕੋਡ ਲਿਖੋ। ਅੱਗੋਂ ਅਸੀਂ ਬੀਮਾ ਸੇਵਾ ਨਾਲ ਸੰਬੰਧਿਤ ਇੱਕ ਵਾਕ ਵੀ ਕਰ ਲੈਂਦੇ ਹਾਂ। Everyone should have an insurance in his life। ਹਰੇਕ ਮਨੁੱਖ ਨੂੰ ਜ਼ਿੰਦਗੀ ਵਿੱਚ ਆਪਣਾ ਬੀਮਾ ਕਰਾਉਣਾ ਚਾਹੀਦਾ ਹੈ। ਅਤੇ ਆਖਿਰ ਦੇ ਵਿੱਚ ਬੱਚਿਓ ਤੁਹਾਡਾ ਇੱਕ ਹੋਰ ਪੂਰਾ ਵਿਸ਼ਾ ਵੀ ਹੈ ਕੰਪਿਊਟਰ ਸਿੱਖਿਆ, ਜਿਹਦੇ ਨਾਲ ਸੰਬੰਧਿਤ ਵੀ ਆਪਾਂ ਕੁਝ ਵਾਕ ਪੜ੍ਹਾਂਗੇ। ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ। ਕੰਪਿਊਟਰ ਇੱਕ ਬਿਜਲਈ ਮਸ਼ੀਨ ਹੈ। ਬਿਜਲਈ ਦੇ ਵਿੱਚ ਤੁਸੀਂ ਬੱਬੇ ਸਿਹਾਰੀ ਜੱਜਾ ਲੱਲਾ ਈੜੀ ਨੂੰ ਬਿਹਾਰੀ ਇਸ ਰੂਪ ਵਿੱਚ ਵੀ ਲਿਖ ਸਕਦੇ ਹੋ, ਜਾਂ ਫਿਰ ਲਿਖ ਸਕਦੇ ਹੋ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ। ਸੈਂਟਰਲ ਪ੍ਰੋਸੈਸਿੰਗ ਯੂਨਿਟ ਇਜ਼ ਦਾ ਬ੍ਰੇਨ ਆਫ ਦਾ ਕੰਪਿਊਟਰ। ਸੈਂਟਰਲ ਪ੍ਰੋਸੈਸਿੰਗ ਯੂਨਿਟ CPU ਕੰਪਿਊਟਰ ਦਾ ਦਿਮਾਗ ਹੁੰਦਾ ਹੈ। ਰੈਂਡਮ ਅਸੈਸ ਮੈਮਰੀ RAM ਇਜ਼ ਦਾ ਟੈਂਪਰੇਰੀ ਮੈਮਰੀ ਆਫ ਕੰਪਿਊਟਰ। RAM ਕੰਪਿਊਟਰ ਦੀ ਆਰਜ਼ੀ ਯਾਦ ਸ਼ਕਤੀ ਹੈ। ਆਰਜ਼ੀ ਤੋਂ ਮਤਲਬ ਜੋ ਥੋੜ੍ਹਾ ਸਮਾਂ ਕਾਇਮ ਰਹਿੰਦੀ ਹੈ। ਹੁਣ ਇੱਥੇ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਸਵਾਲ ਕਰਾਂਗੀ ਕਿ ਜੋ ਇਹ ਛੋਟੇ ਛੋਟੇ ਰੂਪ ਅਸੀਂ ਲਿਖੇ ਹੋਏ ਦੇਖੇ ਹਨ, ਜਿਵੇਂ CPU RAM, ਇਹ ਕਿਸ ਤਰ੍ਹਾਂ ਦੇ ਸ਼ਬਦ ਹਨ? ਅੱਜ ਦੇ ਸ਼ਬਦਾਂ 'ਚ ਹੀ ਆਪਾਂ ਪੜ੍ਹਿਆ ਸੀ ਕਿ ਛੋਟੇ ਰੂਪ ਨੂੰ ਕੀ ਕਿਹਾ ਜਾਂਦਾ ਹੈ। ਸੋ ਤੁਸੀਂ ਇਸ ਦਾ ਜਵਾਬ ਦੇਣਾ ਹੈ। ਬਹੁਤ ਬਹੁਤ ਧੰਨਵਾਦ।